ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਮੈਂ ਆਪਣਾ ਭਰਾ ਸਮਝਦਾ ਹੁੰਦਾ ਸੀ, ਵੱਡਾ ਭਰਾ ਮੰਨਦਾ ਹੁੰਦਾ ਸੀ। ਉਸਨੇ ਭਰਾ ਵਾਲੇ ਰਿਸ਼ਤੇ ਨੂੰ ਤਾਂ ਸਮਝਿਆ ਹੀ ਨਹੀਂ। ਉਹਨਾਂ ਨੇ ਤਾਂ ਆਪਣੇ ਮੈਂਬਰ ਦੀ ਵੀ ਗੱਲ ਨਹੀਂ ਸੁਣੀ। ਆ ਮੇਰੇ ਕੋਲ ਆਈ ਕਾਰਡ ਬਣਿਆ ਹੋਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਈ ਕਾਰਡ ਬਣਿਆ ਹੋਇਆ। ਮੈਂ ਇਸ ਪਾਰਟੀ ਦਾ ਮੈਂਬਰ ਹਾਂ। ਮੈਨੂੰ ਬਹੁਤ ਅੱਜ ਸ਼ਰਮ ਮਹਿਸੂਸ ਹੋ ਰਹੀ ਹੈ, ਮੈਂ ਇਸ ਪਾਰਟੀ ਦਾ ਮੈਂਬਰ ਹਾਂ। ਦਿੱਲੀ ਤੋਂ ਮਾਰਨ ਵਾਸਤੇ ਨਹੀਂ ਸੀ ਆਇਆ। ਆ ਅੰਮ੍ਰਿਤਧਾਰੀ ਕੁੜੀਆਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਆ। ਪਾਕਿਸਤਾਨ 'ਚ ਧਰਮ ਤਬਦੀਲ ਹੋਇਆ, ਇੱਕ ਗ੍ਰੰਥੀ ਦੀ ਕੁੜੀ ਦਾ, ਇੱਧਰ ਵੀ ਨੇਕਾ ਕੁੜੀਆਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਆ। ਲੋਕ ਇਹਨੂੰ ਸਿੱਖ ਸਮਝਦੇ ਆ। ਮੈਂ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਸਮੁੱਚੇ ਸਿੱਖਾਂ ਨੂੰ ਚੈਲੰਜ ਕਰਦਾਗਾ, ਜਿਹੜੇ ਕਹਿੰਦੇ ਅੰਮ੍ਰਿਤਪਾਲ ਮਹਿਰੋਂ ਸਿੱਖ ਹੈ। ਉਹ ਕੌਮ ਦੇ ਰਾਖੇ ਉਹ ਪੇਜ ਚਲਾ ਰਹੇ ਨੇ। ਹਾਂਜੀ, ਇੱਕ ਸਿੱਖੀ ਦਾ ਸਬੂਤ ਹੈ ਉਹਨਾਂ ਦਾ। ਉਹੀ ਤਾਂ ਗੱਲ ਮੈਂ ਕਰਦਾ, ਤੁਸੀਂ ਸਾਰੇ ਹੈਰਾਨ ਹੋਵੋਗੇ। ਜਿਹੜੇ ਕੌਮ ਦੇ ਰਾਖੇ ਪੇਜ ਚਲਾਉਣ ਵਾਲੇ ਅੰਮ੍ਰਿਤਪਾਲ ਮਹਿਰੋਂ ਨੂੰ ਸਿੱਖ ਸਮਝਦੇ ਹਨ, ਮੈਂ ਉਹਨਾਂ ਨੂੰ ਚੈਲੰਜ ਕਰਦਾ ਹਾਂ ਕਿ ਤੁਸੀਂ ਮੈਨੂੰ ਸਾਬਤ ਕਰ ਦਿਓ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ। ਮੇਰਾ ਸਿਰ ਕਲਮ ਕਰ ਲਿਓ, ਸਾਬਤ ਕਰ ਦਿਓ। ਪਰ ਜੇ ਉਸ ਨੂੰ ਸਿੱਖ ਸਮਝਦੇ ਹੋ, ਨਹੀਂ ਸਿੱਖ ਸਮਝਣਾ ਔਰ ਸਿੱਖੀ ਦਾ ਪਹਿਰਾਵਾ ਧਾਰਨਾ, ਇਹਨਾਂ ਵਿੱਚ ਅੰਤਰ ਹੈ। ਉਹ ਆਪਣੇ ਆਪ ਨੂੰ ਪੇਜ ਹੀ ਇਸ ਤਰ੍ਹਾਂ ਦੇ ਚਲਾ ਰਹੇ ਨੇ। ਕੌਮ ਦੇ ਰਾਖੇ ਜਾਂ ਕੌਮ ਦੇ ਰਾਖੇ ਨਾਮ ਦਾ ਗਰੁੱਪ ਚਲਾ ਰਹੇ ਨੇ। ਉਹ ਇਹੀ ਦਾ ਜਿਹੜਾ ਅੱਖਾਂ ਦੇ ਅੱਗੇ ਮੋਟਾ ਪਰਦਾ ਪਿਆ ਗਾ ਸਿੱਖ ਕੌਮ ਦੇ ਜੀ, ਉਹ ਪਰਦਾ ਲਾਉਣਾਗਾ। ਉਹ ਪਰਦਾ ਲਾਉਣ ਦੇ ਲਈ ਮੈਂ ਸਿਮਰਜੀਤ ਮਾਨ ਵਰਗਿਆਂ ਦੀਆਂ ਮਿਹਨਤਾਂ ਕਰ ਰਿਹਾ, ਅਕਾਲ ਤਖਤ ਦੇ ਜਥੇਦਾਰਾਂ ਦੀਆਂ ਮਿਹਨਤਾਂ ਕਰ ਰਿਹਾ, ਲੱਖੇ ਸਿਧਾਣੇ ਵਰਗਿਆਂ ਦੀਆਂ ਮਿਹਨਤਾਂ ਕਰ ਰਿਹਾਗਾ। ਉਹ ਵੀ ਪਰਦਾ ਲਾਉਣਾਗਾ। ਤੇ ਜਸਪਾਲ ਦੀ ਲਾਸ਼ ਕਿੰਨਾਂ ਨੇ ਖਪਾਈ ਆ? ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਜੇ ਇੱਕ ਸੱਚਾ ਸੁੱਚਾ ਸਿੱਖ ਹੁੰਦਾ ਤਾਂ ਕਿਸੇ ਪਾਸੇ ਖੜਾ ਦਿਖਾ ਦਿਓ। ਆਪ ਦਰਬਾਰ ਸਾਹਿਬ ਦੇ ਵਿੱਚ ਇੱਕ ਮੋਰਚਾ ਲਾਇਆ ਗਿਆ, ਪਤਾ ਲੱਗਿਆ ਉੱਥੋਂ ਵੀ ਖਿਸਕ ਗਿਆ। ਤੁਹਾਡਾ ਵਿਰੋਧ ਹੈ ਕਿਸ ਦੇ ਨਾਲ? ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਹੈ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸੁਪਰੀਮੋ ਜੀ ਦੇ ਨਾਲ ਹੈ, ਜਾਂ ਫਿਰ ਤੁਹਾਡਾ ਲੱਖਾ ਸਿਧਾਣਾ ਜੀ ਦੇ ਨਾਲ ਹੈ? ਕਿਸ ਦੇ ਨਾਲ ਵਿਰੋਧ ਹੈ ਤੁਹਾਡਾ? ਮੇਰਾ ਵਿਰੋਧ ਹੈ ਅੰਮ੍ਰਿਤਪਾਲ ਮਹਿਰੋਂ ਦੇ ਨਾਲ। ਇਹਨਾਂ ਨੂੰ ਮੈਂ ਨਾਲ ਵਿੱਚ ਕਿਉਂ ਲੈ ਰਿਹਾ? ਕਿਉਂਕਿ ਮਾਨ ਸਾਹਿਬ ਦੀ ਪਾਰਟੀ ਦਾ ਮੈਂ ਮੈਂਬਰ ਹਾਂ, ਤੇ ਜੇ ਮੇਰੇ ਨਾਲ ਪਾਰਟੀ ਨਾ ਖੜੂਗੀ ਤੇ ਕੀ ਵਿਰੋਧੀ ਧਿਰ ਖੜੇਗੀ? ਮਤਲਬ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ? ਕਿਉਂਕਿ ਮੁੱਖ ਮੰਤਰੀ ਬਣ ਗਏ ਤੇ ਕੀ ਫਿਰ ਉਹ ਲੋਕਾਂ ਦਾ ਭਲਾ ਕਰਨਗੇ ਜੋ ਇੱਕ ਪਾਰਟੀ ਦੇ ਮੈਂਬਰ ਦੇ ਨਾਲ ਨਹੀਂ ਖੜ ਸਕਦੇ? ਬਾਕੀ ਜੇ ਮੈਂ ਤੁਹਾਨੂੰ ਜਿਨ੍ਹਾਂ ਨੇ ਨਾਂ ਬੋਲ ਰਿਹਾ ਨਾ, ਇਹਨਾਂ ਨੂੰ ਆਪਣਾ ਅੰਮ੍ਰਿਤਪਾਲ ਮਹਿਰੋਂ ਨੇ ਕੁਝ ਫੋਟੋ ਸ਼ੇਅਰ ਕੀਤੀਆਂ ਸੀਗੀਆਂ। ਮੇਨ ਗੱਲ ਇਹ ਆ ਜਿਹਦੇ ਵਿੱਚ ਦੱਸਿਆ ਸੀ ਅੰਮ੍ਰਿਤਧਾਰੀ ਕੁੜੀਆਂ ਦੀਆਂ ਫੋਟੋ ਸ਼ੇਅਰ ਕੀਤੀਆਂ ਸੀ। ਆ ਜਿਨ੍ਹਾਂ ਨੇ ਨਾਂ ਬੋਲ ਰਿਹਾ, ਇਹਨਾਂ ਨੂੰ ਕੁੜੀਆਂ ਬਾਰੇ ਪਤਾ, ਫੋਟੋ ਇਹਨਾਂ ਨੂੰ ਵੀ ਦਿਖਾਏ ਸੀ। ਪਹਿਲਾਂ ਮੈਂ ਇਹਨਾਂ ਦੇ ਮੂੰਹੋਂ ਖਵਾਉਣਾ ਚਾਹੁੰਦਾ ਵੀ ਉਹ ਫੋਟੋ ਕੁੜੀਆਂ ਦੇ ਕਿਹੜੀਆਂ ਕੁੜੀਆਂ ਦੇ ਸੀ, ਉਹ ਕਿੱਥੇ ਫਸੀਆਂ ਗਈਆਂ। ਸੰਤ ਜਰਨੈਲ ਸਿੰਘ ਨੇ ਇੱਕ ਗੱਲ ਕਹੀ ਸੀ, ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰਨਾ ਮੌਤ ਆ। ਗੱਲ ਹੁਣ ਜ਼ਮੀਰਾਂ ਦੀ ਆ। ਜੇ ਇਹਨਾਂ ਦੀ ਜ਼ਮੀਰ ਜਿਉਂਦੀ ਹੋਵੇਗੀ, ਆ ਲਾਸਟ ਵਾਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ, ਨਹੀਂ ਸਵਾਲ ਇਹ ਖੜਾ ਹੋਵੇਗਾ, ਅੱਜ ਸਿੱਖਾਂ ਦੀਆਂ ਕੁੜੀਆਂ ਪਠਾਣਾਂ ਦੇ ਕਬਜ਼ੇ ਦੇ ਵਿੱਚ ਆ, ਸਿੱਖਾਂ ਦਾ ਜ਼ਮੀਰ ਮਰ ਗਿਆ, ਛੜਾਈਆਂ ਨਹੀਂ ਜਾਂਦੀਆਂ, ਤੇ ਮੈਂ ਮਜਬੂਰ ਹੋਵਾਂਗਾ ਹਿੰਦੂ ਸੰਗਠਨ ਤੋਂ ਮਦਦ ਲੈਣ ਲਈ। ਮੈਂ ਮਜਬੂਰ ਹੋਵਾਂਗਾ ਡੇਰਾ ਪ੍ਰੇਮੀ ਸਿਰਸਾ ਤੋਂ ਮਦਦ ਲੈਣ ਲਈ। ਮੈਂ ਮਜਬੂਰ ਹੋਵਾਂਗਾ। ਅੱਜ ਤੱਕ ਮੈਂ ਜ਼ਮੀਰ ਨਹੀਂ ਵੇਚੀ। ਮੈਂ ਆਪਣੀ ਜਿਉਂਦੀ ਤੇ ਜਾਗਦੀ ਜ਼ਮੀਰ ਦੇ ਸਬੂਤ ਵੀ ਤੁਹਾਡੀ ਮੌਜੂਦਗੀ ਦੇ ਵਿੱਚ ਪੇਸ਼ ਕਰਾਂਗਾ। ਮਾਨ ਸਾਹਿਬ, ਇੱਕ ਵਾਰ ਆਪਣੀ ਜਿਉਂਦੀ ਤੇ ਜਾਗਦੀ ਜ਼ਮੀਰ ਦਾ ਸਬੂਤ ਦੇ ਦਿਓ। ਜੇ ਤੁਹਾਡੇ ਵਿੱਚ ਇਨਸਾਨੀਅਤ ਜਿਉਂਦੀ ਆ, ਐਡਵੋਕੇਟ ਸਿਮਰਜੀਤ ਕੌਰ ਗਿੱਲ ਜੀ, ਤੁਹਾਡੇ ਵਿੱਚ ਇਨਸਾਨੀਅਤ ਜਿਉਂਦੀ ਆ, ਐਸਐਚਓ ਸਾਬਕਾ ਐਸਐਚਓ ਕ੍ਰਿਸ਼ਨ ਲਾਲ ਜੀ, ਤੁਸੀਂ ਮੇਰੇ ਪੱਖ ਦੇ ਵਿੱਚ ਖੜੇ ਸੀ। ਕਾਸ਼ ਜੇ ਤੁਸੀਂ ਮੇਰਾ ਸਾਥ ਨਾ ਛੱਡਦੇ ਤਾਂ ਮੈਂ ਜਸਪਾਲ ਸਿੰਘ ਦੀ ਲਾਸ਼ ਵੀ ਕਢਵਾ ਲੈਂਦਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਏਵਨ ਪੰਜਾਬੀ ਟੀਵੀ ਦੇ ਕਰੰਟ ਇਸ਼ੂ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਸਭ ਦਾ ਸਵਾਗਤ ਕਰਦੇ ਹਾਂ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਜੇਕਰ ਆਪਾਂ ਸਵਾ ਕੁ ਸਾਲ ਪਿੱਛੇ ਜਾਈਏ ਤੇ ਜਸਪਾਲ ਸਿੰਘ ਨਾਮ ਦੇ ਇੱਕ ਨੌਜਵਾਨ ਦਾ ਫਰੀਦਕੋਟ ਇਲਾਕੇ ਦੇ ਵਿੱਚ ਕਤਲ ਹੋਇਆ ਸੀ। ਲੇਕਿਨ ਦੋਸਤੋ, ਕਤਲ ਤਾਂ ਹੋ ਗਿਆ, ਲੇਕਿਨ ਬਦਕਿਸਮਤੀ ਇਹ ਦੇਖੋ ਕਿ ਉਸ ਨੌਜਵਾਨ ਦੀ ਅਜੇ ਤੱਕ ਵੀ ਲਾਸ਼ ਜਿਹੜੀ ਹੈ ਉਹ ਨਹੀਂ ਮਿਲੀ। ਅਜੇ ਤੱਕ ਲਾਸ਼ ਨਹੀਂ ਮਿਲੀ ਔਰ ਵਿੱਚ ਇਹ ਵੀ ਖਬਰਾਂ ਆਈਆਂ ਕਿ ਉਸ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਸਮਝੌਤਾ ਹੋ ਗਿਆ ਸੀ ਔਰ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਨੌਕਰੀ ਔਰ ਕੁਝ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ ਗਈ ਸੀ।
ਔਰ ਉਸੇ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਕਿ ਕੌਮ ਦੇ ਰਾਖੇ ਇੱਕ ਪੇਜ ਜਿਹੜਾ ਹੈ ਉਸ ਨੂੰ ਚਲਾ ਰਹੇ ਨੇ, ਔਰ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਗੀਤਕਾਰ ਹੈਪੀ ਤਾਰਾ ਦੇ ਕੋਲੋਂ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਮੰਗੇ ਗਏ ਸੀ, ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਾਡੇ ਇਹਨਾਂ ਪ੍ਰਸ਼ਨਾਂ ਦਾ ਉੱਤਰ ਜਾਂ ਤਾਂ ਗੀਤਕਾਰ ਹੈਪੀ ਤਾਰਾ ਦੇਵੇ, ਨਹੀਂ ਤਾਂ ਪੰਜਾਬ ਪੁਲਿਸ ਦੇਵੇ, ਔਰ ਨਹੀਂ ਤਾਂ ਹੈਪੀ ਤਾਰਾ ਦੇ ਜਿੰਨੇ ਵੀ ਸਮਰਥਕ ਨੇ ਜਾਂ ਫੈਨ ਨੇ ਉਹ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਦੇਣ। ਲੇਕਿਨ ਦੋਸਤੋ ਵੱਡੀ ਗੱਲ ਇਹ ਹੈ ਕਿ ਉਹ ਸਾਰਾ ਕੁਝ ਹੋ ਗਿਆ ਹੈ, ਲੇਕਿਨ ਇਸ ਵਿਸ਼ੇ ਤੇ ਹੈਪੀ ਤਾਰਾ ਨਾਲ ਇਹ ਵੀ ਗੱਲਬਾਤ ਕੀਤੀ ਗਈ ਸੀਗੀ ਕਿ ਤੁਸੀਂ ਨਾ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬਾਂ ਬਾਰੇ ਕੀ ਕਹਿ ਰਹੇ ਹੋ, ਤਾਂ ਉਹਨਾਂ ਨੇ ਵੀ ਕੋਈ ਨਾ ਕੋਈ ਗੱਲਬਾਤ ਕੀਤੀ ਸੀ। ਉਹਨਾਂ ਨੇ ਇੱਕ ਗੱਲਬਾਤ ਇਹ ਵੀ ਕਹੀ ਸੀ ਕਿ ਇਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਹੈ ਉਹ ਮੈਂ ਲੱਖਾ ਸਿਧਾਣਾ ਜੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਜੀ ਦੀ ਰਹਿਨੁਮਾਈ ਵਿੱਚ ਔਰ ਉਹਨਾਂ ਦੀ ਮੌਜੂਦਗੀ ਵਿੱਚ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇਵਾਂਗਾ। ਲੇਕਿਨ ਅੱਜ ਉਹ ਮਸਲਾ ਜਿਹੜਾ ਹੈ ਉਹ ਉਸੇ ਦਾ ਹੀ ਉਸੇ ਤਰ੍ਹਾਂ ਬਰਕਰਾਰ ਹੈ। ਅਜੇ ਵੀ ਹੈਪੀ ਤਾਰਾ ਦੇ ਕਹਿਣ ਦੇ ਮੁਤਾਬਕ ਉਸ ਦੇ ਨਾਲ ਉਹ ਲੋਕ ਗਲਤ ਤਰੀਕੇ ਨਾਲ ਸੰਪਰਕ ਕਰਦੇ ਨੇ ਵਗੈਰਾ ਵਗੈਰਾ। ਲੇਕਿਨ ਅੱਜ ਖੁਦ ਗੀਤਕਾਰ ਹੈਪੀ ਤਾਰਾ ਜੀ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਨਾਲ ਇਸ ਵਿਸ਼ੇ ਤੇ ਆਪਾਂ ਕਰਦੇ ਹਾਂ ਗੱਲਬਾਤ। ਹੈਪੀ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ੍ਰੀ ਅਕਾਲ। ਏਵਨ ਪੰਜਾਬੀ ਚੈਨਲ ਦੀ ਸਮੁੱਚੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਸੱਚ ਦੀ ਆਵਾਜ਼ ਨੂੰ ਚੁੱਕਦੇ ਹੈ। ਜ਼ਮੀਰ ਇਹਨਾਂ ਦਾ ਜਿਉਂਦਾ ਹੈ। ਬਹੁਤ ਘੱਟ ਚੈਨਲ ਆ ਜਿਨ੍ਹਾਂ ਦਾ ਜ਼ਮੀਰ ਜਿਉਂਦਾ ਹੈ, ਅਤੇ ਇਹ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਇਹ ਇੱਕ ਜ਼ਮੀਰ ਜਿਉਂਦੀ ਵਾਲਾ ਚੈਨਲ ਹੈ ਜੋ ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਉੱਚਾ ਚੁੱਕਦੇ ਹਨ। ਹੈਪੀ ਤਾਰਾ ਜੀ, ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕੁਝ ਸਵਾਲ ਤੁਹਾਨੂੰ ਕੀਤੇ ਗਏ ਸੀ ਔਰ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਹਾ ਸੀ ਕਿ ਮੈਂ ਦੇਵਾਂਗਾ, ਇੱਕ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਲੱਖਾ ਸਿਧਾਣਾ ਜੀ ਦੀ ਮੌਜੂਦਗੀ ਵਿੱਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਜੀ ਦੀ ਮੌਜੂਦਗੀ ਵਿੱਚ ਉਹਨਾਂ ਦਾ ਜਵਾਬ ਦੇਵਾਂਗਾ। ਕੀ ਤੁਸੀਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਜੋ ਕਿ ਕੌਮ ਦੇ ਰਾਖੇ ਪੇਜ ਚਲਾ ਰਹੇ ਨੇ ਜਵਾਬ ਦਿੱਤਾ ਹੈ ਜਾਂ ਅਜੇ ਵੀ ਉਹ ਪੈਂਡਿੰਗ ਹੈ? ਮੈਂ ਉਹਦੇ ਹਰ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ। ਮੈਂ ਸਿਮਰਜੀਤ ਮਾਨ ਅਤੇ ਹੋਰ ਕਈ ਜੋ ਸਿੱਖ ਸ਼ਖਸੀਅਤ ਹਨ ਉਹਨਾਂ ਨਾਲ ਕੰਟੈਕਟ ਕੀਤਾ। ਸਿਮਰਜੀਤ ਮਾਨ ਨੂੰ ਮੈਂ ਇੱਕ ਐਫੀਡੇਵਿਟ ਲਿਖ ਕੇ ਦਿੱਤਾ ਸੀ ਜਿਸ ਦੀ ਫੋਟੋ ਸਟੇਟ ਮੇਰੇ ਕੋਲੇ ਹੈ। ਆਹ ਟਿਕਟਾਂ ਲੱਗੀਆਂ ਹੋਈਆਂ, ਥੱਲੇ ਸਟੈਂਪਾਂ ਮੋਹਰਾਂ ਵੀ ਲੱਗੀਆਂ ਪੰਚਾਇਤ ਦੀਆਂ ਮੋਹਰਾਂ। ਇਹ 'ਚ ਸਾਰਾ ਵੇਰਵਾ ਲਿਖਿਆ ਪਿਆ। ਅਚੇਚਾ ਤੌਰ 'ਤੇ ਸਿਮਰਜੀਤ ਸਿੰਘ ਮਾਨ ਦਾ ਵੀ ਨਾਂ ਪਾਇਆ ਗਿਆ, ਲੱਖਾ ਸਿਧਾਣਾ ਦਾ ਵੀ ਨਾਂ ਪਾਇਆ ਗਿਆ ਅਤੇ ਤਖ਼ਤਾਂ ਦੇ ਜਥੇਦਾਰਾਂ ਦਾ ਵੀ ਨਾਂ ਪਾਇਆ ਗਿਆ। ਇਹ ਮੈਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਰਾਹੀਂ ਮੈਂ ਦਿੱਤਾ ਸੀ। ਸਿਮਰਜੀਤ ਸਿੰਘ ਮਾਨ ਨੇ ਡਿਊਟੀ ਲਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ, ਪਰ ਅਫਸੋਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਮੈਂ ਆਪਣਾ ਭਰਾ ਸਮਝਦਾ ਹੁੰਦਾ ਸੀ, ਵੱਡਾ ਭਰਾ ਮੰਨਦਾ ਹੁੰਦਾ ਸੀ। ਉਸਨੇ ਭਰਾ ਵਾਲੇ ਰਿਸ਼ਤੇ ਨੂੰ ਤਾਂ ਸਮਝਿਆ ਹੀ ਨਹੀਂ। ਉਹਨਾਂ ਨੇ ਤਾਂ ਆਪਣੇ ਮੈਂਬਰ ਦੀ ਵੀ ਗੱਲ ਨਹੀਂ ਸੁਣੀ। ਆ ਮੇਰੇ ਕੋਲ ਆਈ ਕਾਰਡ ਬਣਿਆ ਪਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਈ ਕਾਰਡ ਬਣਿਆ ਪਿਆ। ਮੈਂ ਇਸ ਪਾਰਟੀ ਦਾ ਮੈਂਬਰ ਹਾਂ। ਮੈਨੂੰ ਬਹੁਤ ਅੱਜ ਸ਼ਰਮ ਮਹਿਸੂਸ ਹੋ ਰਹੀ ਹੈ, ਮੈਂ ਇਸ ਪਾਰਟੀ ਦਾ ਮੈਂਬਰ ਹਾਂ। ਇੱਕ ਮੈਂਬਰ ਨੂੰ ਐਫੀਡੇਵਿਟ ਦੇਣਾ ਪੈ ਜੇ ਲਿਖਤੀ ਰੂਪ ਵਿੱਚ ਤਾਂ ਬਹੁਤ ਸ਼ਰਮਨਾਕ ਗੱਲ ਆ। ਮੈਂ ਇਹਨਾਂ ਦੇ ਦਫ਼ਤਰ ਵਿੱਚ ਵੀ ਜਾ ਕੇ ਬਹੁਤ ਵਾਰੀ ਕਿਹਾ, ਪਰ ਸਭ ਤੋਂ ਵੱਡਾ ਸਬੂਤ ਆ ਜਿਹੜਾ ਐਫੀਡੇਵਿਟ ਦੇਣਾ। ਫੋਨ 'ਤੇ ਵੀ ਮੈਂ ਕਿਹਾ, ਮੇਰੇ ਕੋਲ ਫੋਨ ਵੀ ਰਿਕਾਰਡਿੰਗ ਹੈਗੀ ਆ, ਪਰ ਮੈਂ ਤੁਹਾਨੂੰ ਨਹੀਂ ਸੁਣਾ ਸਕਦਾ। ਉਹ ਕੁਝ ਕਾਰਨ ਹਨ। ਇਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ। ਰਹੀ ਗੱਲ ਲੱਖਾ ਸਿਧਾਣਾ ਦੀ, ਲੱਖਾ ਸਿਧਾਣਾ ਦੇ ਨਾਲ ਵੀਰ ਦੇ ਨਾਲ ਮੈਂ ਫੋਨ 'ਤੇ ਕੰਟੈਕਟ ਕੀਤਾ। ਮੈਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾ ਦਿੰਦਾ ਲੱਖਾ ਸਿਧਾਣਾ ਦੀ। ਹੈਲੋ ਹਾਂ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਲੱਖਾ ਸਿਧਾਣਾ ਬੋਲਦਾ ਵੀਰ ਜੀ? ਕੌਣ ਜੀ? ਲੱਖਾ ਬੋਲਦਾ ਵੀਰ ਜੀ, ਲੱਖਾ ਸਿਧਾਣਾ। ਹਾਂਜੀ ਹਾਂਜੀ। ਹੋਰ ਸੁਣਾਓ ਵੀਰ, ਕੀ ਹਾਲ ਆ? ਹਾਂ ਵਧੀਆ ਵਧੀਆ। ਮੈਂ ਗੀਤਕਾਰ ਹੈਪੀ ਤਾਰਾ ਬੋਲਦਾ ਵੀਰ ਜੀ। ਹਾਂਜੀ, ਗੀਤਕਾਰ ਹੈਪੀ ਤਾਰਾ ਬੋਲਦਾ। ਕਿਹੜਾ ਹੈਪੀ ਤਾਰਾ? ਰਾਮੇ ਵਾਲਾ। ਆ ਤੁਸੀਂ ਰਿਕਾਰਡਿੰਗ ਲੱਖਾ ਸਿਧਾਣਾ ਦੀ ਸੁਣੀ ਆ। ਬਹੁਤ ਦੁੱਖ ਦੀ ਗੱਲ ਆ, ਇਹਨਾਂ ਨੇ ਮੇਰਾ ਪੂਰਾ ਦਰਦ ਸੁਣਿਆ ਨਹੀਂ। ਇਹ ਲੱਖਾ ਸਿਧਾਣਾ ਉਹ ਹਨ ਜਿਨ੍ਹਾਂ ਨੇ ਸਟੇਜ ਤੋਂ ਸਮੇਂ ਬੋਲਿਆ ਸੀ ਜਦੋਂ ਮੈਨੂੰ ਆਪਣਾ ਅੰਮ੍ਰਿਤਪਾਲ ਵੱਲੋਂ ਅਗਵਾ ਕੀਤਾ ਗਿਆ ਸੀ ਹਥਿਆਰਾਂ ਦੇ ਜ਼ੋਰ 'ਤੇ। ਉਸ ਸਮੇਂ ਤੁਸੀਂ ਮੇਰੀ ਵੀਡੀਓ ਵੇਖ ਰਹੇ ਸੀ, ਪਰ ਉਸ ਸਮੇਂ ਜੋ ਫੋਨ ਸੀ
ਉਹ ਸਿਰਫ ਮੇਰੇ ਤੇ ਘੁੰਮ ਰਿਹਾ ਸੀ। ਜਿਸ ਫੋਨ ਦੇ ਰਾਹੀਂ ਵੀਡੀਓ ਬਣਾਈ ਜਾ ਰਹੀ ਸੀ, ਨਾ ਤਾਂ ਉਹ ਫੋਨ ਇੱਧਰ ਘੁੰਮਦਾ ਸੀ ਨਾ ਇੱਧਰ। ਜੇ ਇੱਧਰ ਘੁੰਮਦਾ ਹੁੰਦਾ, ਸੱਚਾਈ ਤੁਹਾਨੂੰ ਉਸ ਸਮੇਂ ਹੀ ਸਾਹਮਣੇ ਆ ਜਾਣੀ ਸੀ। ਜਿਸ ਲਈ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਕੁਝ ਦੇਰੀ ਹੋ ਰਹੀ ਹੈ, ਪਰ ਇਹ ਦੇਰੀ ਬਹੁਤਾ ਟਾਈਮ ਨਹੀਂ, ਕੁਝ ਸਮੇਂ ਤੱਕ ਮੈਂ ਇਹ ਅਸਲੀ ਸੱਚਾਈ ਤੁਹਾਡੇ ਸਾਹਮਣੇ ਨਹੀਂ, ਲਿਆ ਇਹੋ ਜਿਹੇ ਅੰਮ੍ਰਿਤਪਾਲ ਜੀ ਨੇ ਕਿਹੜੇ ਤੁਹਾਡੇ ਕੋਲ ਸਵਾਲ ਪੁੱਛ ਲਏ ਸੀ ਕਿ ਜਿਹੜੇ ਸਵਾਲ ਪੁੱਛਣ ਤੋਂ ਬਾਅਦ ਤੁਸੀਂ ਭੜਕ ਗਏ, ਆਪੇ ਚੋਂ ਬਾਹਰ ਹੋ ਗਏ? ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ। ਹਾਂਜੀ, ਪਹਿਲਾਂ ਤਾਂ ਦੇਖੋ ਉਹਨਾਂ ਨੇ ਮੇਰੇ ਤੇ ਕੁਝ ਇਲਜ਼ਾਮ ਲਾਏ ਸੀ ਜੀ, ਅੱਗੇ ਜੀ ਮੈਨੂੰ ਦਿੱਲੀ ਤੋਂ ਮਾਰਨ ਵਾਸਤੇ ਆਇਆਗਾ, ਤੇ ਦਰਅਸਲ ਦਿੱਲੀ ਤੋਂ ਮਾਰਨ ਵਾਸਤੇ ਨਹੀਂ ਸੀ ਆਇਆ। ਅੰਮ੍ਰਿਤਧਾਰੀ ਕੁੜੀਆਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਆ। ਪਾਕਿਸਤਾਨ 'ਚ ਧਰਮ ਤਬਦੀਲ ਹੋਇਆ ਇੱਕ ਗ੍ਰੰਥੀ ਦੀ ਕੁੜੀ ਦਾ, ਇੱਧਰ ਵੀ ਨੇਕਾ ਕੁੜੀਆਂ ਦੇ ਧਰਮ ਤਬਦੀਲ ਕਰਵਾਏ ਜਾ ਰਹੇ ਆ। ਮੈਂ ਅੰਮ੍ਰਿਤਪਾਲ ਮਹਿਰੋਂ ਦੇ ਕੋਲੇ ਇਸ ਲਈ ਗਿਆ ਸੀ, ਮੈਂ ਵੀਡੀਓ ਵੇਖਦਾ ਸੀ ਉਸ ਦੀਆਂ, ਤੇ ਮੈਂ ਸਮਝਦਾ ਸੀ ਬੰਦਾ ਅਣਖ ਦੀ ਖਾਤਰ ਲੜਦਾਗਾ, ਕਿਉਂਕਿ ਆ ਤੁਹਾਨੂੰ ਮਾਨ ਸਾਹਿਬ ਹੋਣਾ ਦੀ ਤੁਹਾਨੂੰ ਦੱਸ ਹੀ ਦਿੱਤਾ ਵੀ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ। ਹੋਰ ਕਈ ਸਿੱਖ ਆਗੂਆਂ ਦੇ ਕੋਲੇ ਗਿਆ, ਮੈਂ ਕਿਹੜਾ ਸਿੱਖ ਆਗੂ ਜਿਹਦੇ ਕੋਲ ਨਹੀਂ ਗਿਆ? ਕੱਲਾ ਆਪਣਾ ਦੂਸਰਾ ਝੁੰਦਾ ਜੀ, ਜਿਹੜੇ ਸਰਬਜੀਤ ਸਿੰਘ ਝੁੰਦਾ ਜੀ, ਇਹਨਾਂ ਦੇ ਨਾਲ ਨਹੀਂ ਗੱਲਬਾਤ ਹੋਈ, ਤੇ ਪੰਥਪ੍ਰੀਤ ਦੇ ਨਾਲ ਵੀ ਮੇਰੀ ਗੱਲਬਾਤ ਨਹੀਂ ਹੋਈ। ਹੋਰ ਤਕਰੀਬਨ ਜਿੰਨੇ ਵੀ ਜਿਹੜੇ ਆਪਣੇ ਖਾਸ ਵੱਡੇ ਜਿਹੜੇ ਧਾਰਮਿਕ ਆਗੂ ਹਨ, ਜਿਹੜੀ ਸ਼ਖਸੀਅਤ ਹਨ, ਜਿਹੜੇ ਮੇਨ ਆ ਜਾਂਦੇ ਹਨ ਪਹਿਲੀ ਕਤਾਰ ਦੇ ਵਿੱਚ, ਮੈਂ ਤਕਰੀਬਨ ਹਰ ਇੱਕ ਨੂੰ ਮਿਲਿਆ। ਮਿਲੇ ਕਿਸ ਗੱਲ ਨੂੰ ਲੈ ਕੇ ਨਾ? ਹੈਪੀ ਮਿਲੇ ਇਸ ਜੀ, ਗੱਲ ਗੱਲ ਲੈ ਤਾਂ ਕੇ ਇਹ ਮੈਂ ਹੈ ਕਿ ਲੰਬੇ ਸਮੇਂ ਤੁਸੀਂ ਲਵ ਜਿਹਾਦ ਦੇ ਖਿਲਾਫ ਲੜਦੇ ਆ ਰਹੇ ਹੋ ਲੰਬੇ ਸਮੇਂ ਤੋਂ, ਤੁਸੀਂ ਇਸੇ ਵਿਸ਼ੇ ਨੂੰ ਲੈ ਕੇ ਮਿਲੇ। ਹਾਂਜੀ ਹਾਂਜੀ ਹਾਂਜੀ। ਲੇਕਿਨ ਅੰਮ੍ਰਿਤਪਾਲ ਸਿੰਘ ਜੀ ਨੇ ਕਿਹੜੇ ਕੁਐਸਚਨ ਪੁੱਛੇ ਸੀ ਤੁਹਾਡੇ ਕੋਲ? ਤੁਹਾਡੀ ਗੱਲ ਵਿਚਾਲੇ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਕੋਲ ਪਹਿਲਾਂ ਇਸ ਮੁੱਦੇ ਨੂੰ ਮੈਂ ਲੈ ਕੇ ਗਿਆ ਸੀਗਾ, ਤੇ ਇਸ ਨੇ ਬੰਦੇ ਨੂੰ ਇਹ ਗੱਲ ਸੁਣਨ ਦੀ ਬਜਾਏ ਕਿ ਇਸ ਨੂੰ ਕੁਝ ਖਤਰਾ ਹੋ ਗਿਆ ਸੀ ਖੜਾ, ਕਿਉਂਕਿ ਇਸ ਦੇ ਵਿੱਚੋਂ ਜੋ ਇਹਦਾ ਅਸਲੀ ਜਿਹੜਾ ਕਿਰਦਾਰ ਸੀ ਉਹ ਮੇਰੇ ਸਾਹਮਣੇ ਆ ਗਿਆ ਸੀ। ਅਸਲੀ ਕਿਰਦਾਰ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਨੂੰ ਲੱਗਾ? ਕਿਉਂਕਿ ਲੋਕ ਇਹਨੂੰ ਸਿੱਖ ਸਮਝਦੇ ਆ। ਮੈਂ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਸਮੁੱਚੇ ਸਿੱਖਾਂ ਨੂੰ ਚੈਲੰਜ ਕਰਦਾਗਾ, ਜਿਹੜੇ ਕਹਿੰਦੇ ਅੰਮ੍ਰਿਤਪਾਲ ਮਹਿਰੋਂ ਸਿੱਖ ਹੈ, ਉਹ ਕੌਮ ਦੇ ਰਾਖੇ ਹੋ, ਪੇਜ ਚਲਾ ਰਹੇ ਨੇ। ਹਾਂਜੀ, ਇੱਕ ਸਿੱਖੀ ਦਾ ਸਬੂਤ ਹੈ ਉਹਨਾਂ ਦਾ। ਉਹੀ ਤਾਂ ਗੱਲ ਮੈਂ ਕਰਦਾ, ਤੁਸੀਂ ਸਾਰੇ ਹੈਰਾਨ ਹੋਵੋਗੇ, ਜਿਹੜੇ ਕੌਮ ਦੇ ਰਾਖੇ ਪੇਜ ਚਲਾਉਣ ਵਾਲੇ ਅੰਮ੍ਰਿਤਪਾਲ ਮਹਿਰੋਂ ਨੂੰ ਸਿੱਖ ਸਮਝਦੇ ਹਨ। ਮੈਂ ਉਹਨਾਂ ਨੂੰ ਚੈਲੰਜ ਕਰਦਾ ਹਾਂ ਕਿ ਤੁਸੀਂ ਮੈਨੂੰ ਸਾਬਤ ਕਰ ਦਿਓ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ। ਮੇਰਾ ਸਿਰ ਕਲਮ ਕਰ ਲਿਓ, ਸਾਬਤ ਕਰ ਦਿਓ, ਪਰ ਜੇ ਉਸ ਨੂੰ ਸਿੱਖ ਸਮਝਦੇ ਹੋ। ਨਹੀਂ, ਸਿੱਖ ਸਮਝਣਾ ਔਰ ਸਿੱਖੀ ਦਾ ਪਹਿਰਾਵਾ ਧਾਰਨਾ, ਇਹਨਾਂ ਵਿੱਚ ਅੰਤਰ ਹੈ। ਉਹ ਆਪਣੇ ਆਪ ਨੂੰ ਪੇਜ ਹੀ ਇਸ ਤਰ੍ਹਾਂ ਦੇ ਚਲਾ ਰਹੇ ਨੇ, ਕੌਮ ਦੇ ਰਾਖੇ ਜਾਂ ਕੌਮ ਦੇ ਰਾਖੇ ਨਾਮ ਦਾ ਗਰੁੱਪ ਚਲਾ ਰਹੇ ਨੇ। ਉਹ ਇਹੀ ਤਾਂ ਜਿਹੜਾ ਅੱਖਾਂ ਦੇ ਅੱਗੇ ਮੋਟਾ ਪਰਦਾ ਪਿਆ ਗਾ ਸਿੱਖ ਕੌਮ ਦੇ, ਉਹ ਪਰਦਾ ਲਾਉਣਾਗਾ। ਉਹ ਪਰਦਾ ਲਾਉਣ ਦੇ ਲਈ ਮੈਂ ਸਿਮਰਜੀਤ ਮਾਨ ਵਰਗਿਆਂ ਦੀਆਂ ਮਿੰਨਤਾਂ ਕਰ ਰਿਹਾ, ਅਕਾਲ ਤਖਤ ਦੇ ਜਥੇਦਾਰਾਂ ਦੀਆਂ ਮਿੰਨਤਾਂ ਕਰ ਰਿਹਾ, ਲੱਖੇ ਸਿਧਾਣੇ ਵਰਗਿਆਂ ਦੀਆਂ ਮਿੰਨਤਾਂ ਕਰ ਰਿਹਾਗਾ। ਉਹ ਵੀ ਪਰਦਾ ਲਾਉਣਾਗਾ। ਤੇ ਜਸਪਾਲ ਦੀ ਲਾਸ਼ ਕਿੰਨਾਂ ਨੇ ਖਪਾਈ ਆ, ਕੁਛ ਉਹਦੇ ਬਾਰੇ ਵੀ ਮੈਂ ਜਾਣਕਾਰੀ ਦੇਣੀ ਚਾਹੁੰਦਾਗਾ। ਇਹ ਆਉਂਦੇ ਕਿਉਂ ਨਹੀਂ? ਜੇ ਇਹਨਾਂ ਦੇ ਵਿੱਚ ਇਨਸਾਨੀਅਤ ਜਿਉਂਦੀ ਆ, ਜੇ ਵਾਕਈ ਹੀ ਜਸਪਾਲ ਦੇ ਇਨਸਾਫ ਦੇ ਲਈ ਫਰੀਦਕੋਟ ਗਏ ਸੀ, ਵਾਕਈ ਕਿ ਸੱਚੇ ਦਿਲੋਂ ਗਏ ਸੀ, ਇਹ ਫਿਰ ਮੇਰੇ ਨਾਲ ਕੰਟੈਕਟ ਕਿਉਂ ਨਹੀਂ ਕਰਦੇ, ਮੇਰੇ ਨਾਲ ਕਿਉਂ ਨਹੀਂ ਖੜਦੇ? ਕੀ ਕੌਮ ਦੇ ਰਾਖੇ ਗਰੁੱਪ ਬਣਾ ਕੇ ਕਿਤੇ ਨਾ ਕਿਤੇ ਕੁਝ ਗਲਤ ਕਰਦੇ ਆ ਤੁਹਾਡੇ ਮੁਤਾਬਕ? ਉਹੀ ਤਾਂ ਮੈਂ ਸੱਚਾਈ ਇਹਨਾਂ ਦੇ ਸਾਹਮਣੇ ਲਿਆਉਣੀ ਚਾਹੁੰਦਾਗਾ। ਮੈਂ ਇਹਨਾਂ ਆਗੂਆਂ ਨੂੰ, ਕਿਉਂਕਿ ਸਿੱਖ ਕੌਮ ਦੇ ਆਗੂ ਖਵਾਉਂਦੇ ਆ ਸਿਮਰਜੀਤ ਸਿੰਘ ਮਾਨ, ਜਿਸ ਪਾਰਟੀ ਦਾ ਮੈਂ ਖੁਦ ਵੀ ਮੈਂਬਰ ਹਾਂ। ਆਈ ਕਾਰਡ ਮੇਰੇ ਕੋਲ ਬਣਿਆ ਪਿਆ। ਨਹੀਂ, ਮਾਨ ਸਾਹਿਬ ਦੇ ਨਾਲ ਤੁਹਾਡੀ ਗੱਲ ਹੋਈ ਆ, ਉਹਨਾਂ ਨੇ ਡਿਊਟੀ ਲਾਈ ਆ ਵੀ ਤੁਸੀਂ ਉਸ ਵੀਰ ਨੂੰ ਜਾ ਕੇ ਮਿਲੋ, ਉਸ ਨਾਲ ਸੰਪਰਕ ਕਰੋ। ਜੇ ਮਾਨ ਸਾਹਿਬ ਨੇ ਡਿਊਟੀ ਲਾਈ ਸੀ ਜਿਸ ਬੰਦੇ ਦੀ, ਜੇ ਉਸਨੇ ਜ਼ਿੰਮੇਵਾਰੀ ਸਮਝੀ ਹੁੰਦੀ ਤਾਂ ਮੈਂ ਦਰ ਤੇ ਠੋਕਰਾਂ ਕਿਉਂ ਖਾਣਾ? ਹੈਪੀ ਜੀ, ਅੰਮ੍ਰਿਤਪਾਲ ਸਿੰਘ ਮਹਿਰੋਂ ਕੀ ਕੰਮ ਕਰਦਾ? ਕੰਮਕਾਰ ਕੀ ਕਰਦੇ ਆ ਉਹ? ਕੰਮਕਾਰ ਕੀ ਕਰਦੇ ਆ? ਕੋਈ ਉਹਦਾ ਨਿੱਜੀ ਕੰਮ ਤਾਂ ਮੈਨੂੰ ਕੋਈ ਦੀਂਦਾ ਨਹੀਂਗਾ। ਸਿਰਫ ਇੱਕ ਸਿੱਖ ਕੌਮ ਨੂੰ ਲੁੱਟ ਰਹੇ ਆ। ਜਿਵੇਂ ਆਪਾਂ ਕਰੀਏ ਕਿ 10 ਨੰਬਰੀਆ ਮੇਰੇ ਮੁਤਾਬਕ ਤਾਂ ਛੋਟਾ ਹੋਵੇਗਾ। ਸਿੱਖ ਕੌਮ ਨੂੰ ਇੱਕ ਇਸ ਸੇਵਾ ਦੇ ਨਾਂ ਤੇ ਲੁੱਟ ਰਹੇ ਆ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਉਸ ਮਤਲਬ ਰੋਸ ਦੇ ਵਿੱਚ ਵੀ ਸ਼ਾਮਲ ਹੁੰਦੇ ਹੋਣਗੇ। ਇਹ ਕਿਹੜੀ ਗੱਲ ਹੈ? ਜੇ ਸਿੱਖ ਕੌਮ ਦੇ ਉਹਨਾਂ ਨੇ ਕੱਲਾ ਨਾਮ ਹੀ ਨਹੀਂ ਵਰਤਿਆ, ਬਲਕਿ ਉਹ ਸੇਵਾ ਵੀ ਕਰਦੇ ਹੋਣਗੇ। ਮੈਂ ਸਿੱਖ ਕੌਮ ਨੂੰ ਚੈਲੰਜ ਕਰਦਾਗਾ, ਅੰਮ੍ਰਿਤਪਾਲ ਮਹਿਰੋਂ ਬਰਗਾੜੀ ਮੋਰਚੇ ਵਿੱਚ ਦਿਖਾ ਦੇ ਬੈਠਾ, ਕੋਟਕਪੂਰੇ ਮੋਰਚੇ ਵਿੱਚ ਬੈਠਾ ਦਿਖਾ ਦਿਓ, ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿੱਚ ਸ਼ਾਮਲ ਹੋਇਆ ਦਿਖਾ ਦਿਓ, ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਵਿੱਚ ਸ਼ਾਮਲ ਹੋਇਆ ਦਿਖਾ ਦਿਓ। ਚੰਡੀਗੜ੍ਹ ਜਦੋਂ ਬੇਅਦਬੀ ਦੇ ਸੰਬੰਧ ਵਿੱਚ ਰੋਸ ਮਾਰਚ ਕੱਢੇ ਗਏ, ਉਹਦੇ ਵਿੱਚ ਬੈਠਾ ਕੇ ਦਿਖਾ ਦਿਓ, ਰੋਸ ਮਾਰਚ ਵਿੱਚ ਦਿਖਾ ਦਿਓ। ਤੇ ਨਹੀਂ, ਮੈਂ ਤੁਹਾਨੂੰ ਸਬੂਤ ਦਿਖਾਉਣਾ। ਆਹ ਦੇਖੋ ਮੇਰੇ ਸਬੂਤ, ਲੱਤਾਂ ਬਾਹਾਂ ਤੜਵਾਉਂਦਿਆਂ ਦੇ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਜੇ ਇੱਕ ਸੱਚਾ ਸੁੱਚਾ ਸਿੱਖ ਹੁੰਦਾ ਤਾਂ ਕਿਸੇ ਪਾਸੇ ਖੜਾ ਦਿਖਾ ਦਿਓ। ਆ ਦਰਬਾਰ ਸਾਹਿਬ ਦੇ ਵਿੱਚ ਇੱਕ ਮੋਰਚਾ ਲਾਇਆ ਗਿਆ, ਪਤਾ ਲੱਗਿਆ ਉੱਥੋਂ ਵੀ ਖਿਸਕ ਗਿਆ। ਅੰਮ੍ਰਿਤਪਾਲ ਮਹਿਰੋਂ ਦੇ ਸਵਾਲ ਕਿਹੜੇ ਸੀ? ਉਹ ਪ੍ਰਸ਼ਨ ਅਜੇ ਵੀ ਬਾਕੀ ਆ। ਕੀ ਪੁੱਛਿਆ ਸੀ ਉਹਨਾਂ ਨੇ ਤੁਹਾਡੇ ਤੋਂ? ਉਹਨਾਂ ਨੇ ਸਵਾਲ ਖੜੇ ਕੀਤੇ ਸੀ ਕਿ ਤੈਂ ਦਾੜੀ ਕਿਉਂ ਕਟਾਈ ਆ। ਅੱਜ ਤਾਂ ਮੇਰੀ ਦਾੜੀ ਵੀ ਤਕਰੀਬਨ ਦਾੜਾ ਪ੍ਰਕਾਸ਼ ਆ। ਉਸ ਸਮੇਂ ਮੈਂ ਦਾੜੀ ਇੱਕ ਬਹੁਤ ਵੱਡੀ ਮਜਬੂਰੀ ਸੀ, ਮੈਨੂੰ ਕਟਾਉਣੀ ਪੈ ਗਈ ਸੀ, ਜੋ ਕਿ ਮੈਂ ਮਾਨ ਸਾਹਿਬ ਹੁਣਾਂ ਦੀ ਮੌਜੂਦਗੀ ਵਿੱਚ ਦੱਸਾਂਗਾ ਵੀ ਮੈਨੂੰ ਕਿਉਂ ਕਟਾਉਣੀ ਪਈ। ਜਿਹੜੀ ਦਾੜੀ ਰੱਖਣ ਦੀ ਖਾਤਰ ਮੈਂ ਅੱਜ ਸਕੇ ਭੈਣ ਭਰਾ ਵਿਆਹ ਕਰਾ ਕੇ ਬਾਹਰ ਜਾਂਦੇ। ਸੁਣਿਆ ਹੋਵੇਗਾ ਬਠਿੰਡੇ ਦੇ ਵਿੱਚ ਇੱਕ ਘਟਨਾ ਵਾਪਰੀ, ਸਕੇ ਭੈਣ ਭਰਾ ਵਿਆਹ ਕਰਾ ਕੇ ਆਸਟ੍ਰੇਲੀਆ ਗਏ ਆ। ਜਿਹੜੀ ਦਾੜੀ ਰੱਖਣ ਦੀ ਖਾਤਰ ਮੈਂ ਇੱਕ ਅਮਰੀਕਾ ਦੀ ਸਿਟੀਜ਼ਨ ਨੂੰ ਠੁਕਰਾ ਦਿੱਤਾ ਸੀ ਤੇ ਦਾੜੀ ਨਹੀਂ ਸੀ ਕਟਾਈ। ਉਸ ਸਮੇਂ ਦੀਆਂ ਮੇਰੇ ਕੋਲ ਫੋਟੋਆਂ ਵੀ ਹੈਗੀਆਂ। ਉਸ ਕੁੜੀ ਦੇ ਨਾਲ ਮੇਰੀ ਇੱਕ ਫੋਟੋ ਵੀ ਹੈਗੀ ਆ, ਮੈਂ ਪਰ ਇੱਥੇ ਨਹੀਂ ਨਸਰ ਕਰ ਸਕਦਾ ਕਿਉਂਕਿ ਉਹਦੀ ਵੀ। ਅੰਮ੍ਰਿਤਪਾਲ ਹੋਰਾਂ ਨੇ ਸਿਰਫ ਇਹੀ ਸਵਾਲ ਕੀਤਾ ਸੀ ਵੀ ਦਾੜੀ ਕਿਉਂ ਕਟਵਾਤੀ? ਹੋਰ ਵੀ ਬਹੁਤ ਸਾਰੇ ਸਵਾਲ ਕੀਤੇ ਸੀ। ਉਹੀ ਤਾਂ ਪੁੱਛ ਰਿਹਾ ਮੈਂ। ਇੱਕ ਸਵਾਲ ਉਹਨੇ ਕੀਤਾ ਸੀ ਵੀ ਜੇ ਤੂੰ ਘਰੋਂ ਗਰੀਬ ਸੀ, ਮੇਰੇ ਕੋਲ ਮਦਦ ਲੈਣ ਵਾਸਤੇ ਆਇਆ ਸੀ, ਤਾਂ ਤੇਰੇ ਕੋਲੋਂ 15,000 ਰੁਪਏ ਕਿੱਥੋਂ ਆਇਆ ਸੀ? 2,000 ਆਪਣਾ 2 ਮੋਬਾਈਲ ਕਿੱਥੋਂ ਆਏ ਸੀ? ਮੈਂ ਉਸ ਨੂੰ ਦੱਸ ਦੇਵਾਂ ਉਹ 15,000 ਰੁਪਇਆ ਇੱਥੋਂ ਆਇਆ ਸੀ। ਆ ਮੇਰੇ ਕੋਲ ਸਬੂਤ ਆ। ਉਹ ਮੋਬਾਈਲ ਕਿੱਥੋਂ ਆਏ ਸੀ ਆ ਮੇਰੇ ਕੋਲ ਸਬੂਤ ਆ। ਤੇ ਉਹ 15,000 ਰੁਪਇਆ ਵੀ ਮੈਂ ਇੱਕ ਗੁਰਸਿੱਖ ਬੀਬੀ ਜਿਸ ਦਾ ਪਿਤਾ ਫਗਵਾੜੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਉਸ ਦੀ ਫੀਸ ਭਰਨੀ ਸੀ। ਉਹ 15,000 ਰੁਪਇਆ ਵੀ ਅੰਮ੍ਰਿਤਪਾਲ ਰਾਹੀਂ ਮੈਂ ਉਹ ਕੁੜੀ ਤੱਕ ਪਹੁੰਚਦਾ ਕਰਨਾ ਸੀ। ਉਹ ਮੋਬਾਈਲਾਂ ਦੇ ਵਿੱਚ ਇੱਕ WhatsApp ਤੇ ਤੁਸੀਂ ਸਾਡੀ ਚੈਟ ਵੀ ਪੜ੍ਹ ਸਕਦੇ ਆ। ਉਹ ਮੋਬਾਈਲ ਅੰਮ੍ਰਿਤਪਾਲ ਦੇ ਕੋਲੇ ਹੀ ਹਨ। ਉਹ ਮੋਬਾਈਲ ਵੀ ਮੈਂ ਮਾਨ ਸਾਹਿਬ ਹੁਣਾਂ ਦੀ ਮੌਜੂਦਗੀ ਵਿੱਚ ਸਿਮਰਜੀਤ ਮਾਨ ਸਾਹਿਬ ਅਤੇ ਲੱਖਾ ਸਿਧਾਣਾ ਜੀ, ਐਡਵੋਕੇਟ ਸਿਮਰਜੀਤ ਕੌਰ ਗਿੱਲ ਜੋ ਕਿ ਜਸਪਾਲ ਦਾ ਕੇਸ ਲੜ ਰਹੇ, ਇੱਕ ਬਹੁਤ ਵਧੀਆ ਸਮਾਜ ਸੇਵੀ ਆ, ਇਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹ ਮੋਬਾਈਲ ਲਵਾਂਗਾ। ਜਸਪਾਲ ਸਿੰਘ ਦੀ ਲਾਸ਼ ਤੁਸੀਂ ਕਹਿ ਰਹੇ ਸੀ ਕਿ ਅਜੇ ਤੱਕ ਨਹੀਂ ਮਿਲੀ। ਕੀ ਕਾਰਨ ਹੈ ਕਿ ਉਹ ਲਾਸ਼ ਕਿੱਥੇ ਹੈ? ਕੀ ਜਾਣਦੇ ਹੋ ਤੁਸੀਂ ਉਹਦੇ ਬਾਰੇ? ਜੇ ਇਹ ਮੀਡੀਆ ਦੇ ਵਿੱਚ ਆ ਜਾਣ ਇਕੱਠੇ, ਲੱਖਾ ਸਿਧਾਣਾ ਜੀ, ਐਡਵੋਕੇਟ ਸਿਮਰਜੀਤ ਕੌਰ ਗਿੱਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਤੇ ਹੋਰ ਜਿਹੜੀਆਂ ਹਸਤੀਆਂ, ਤਾਂ ਮੈਂ ਉਹ ਲਾਸ਼ ਬਾਰੇ ਵੀ ਦੱਸ ਸਕਦਾ ਹਾਂ ਵੀ ਉਹ ਲਾਸ਼ ਖਪਾਉਣ ਵਾਲੇ ਕੌਣ ਆ। ਕੌਣ ਨੇ ਲਾਇਆ ਗਿਆ ਸਿਰਫ ਪੁਲਿਸ ਦੇ ਆ। ਪੁਲਿਸ ਉਹਦੇ ਵਿੱਚ ਦੋਸ਼ੀ ਨਹੀਂ ਹੈ, ਪਰ ਲਾਸ਼ ਨੂੰ ਖਪਾਉਣ ਵਾਲੇ ਤਾਂ ਕੁਝ ਹੋਰ ਹਨ। ਉਹੀ ਤਾਂ ਅਸੀਂ ਪੁੱਛ ਰਹੇ ਕਿ ਉਹ ਕੌਣ ਹੈ। ਮੈਂ ਇਹਨਾਂ ਦੀ ਮੌਜੂਦਗੀ ਦੇ ਵਿੱਚ ਮੈਂ ਦੁਬਾਰਾ ਉਹ ਤਾਂ ਤੁਹਾਡੇ ਨਾਲ ਗੱਲ ਨਹੀਂ ਕਰਦੇ। ਉਹ ਤਾਂ ਗੱਲ ਕਰਨੇ ਨੂੰ ਤਿਆਰ ਨਹੀਂ। ਨਾ ਉਹ ਮੌਜੂਦ ਹੋਣ ਤੇ ਨਾ ਤੁਸੀਂ ਦੱਸੋ। ਮੈਂ ਦੁਬਾਰਾ ਇੱਕ ਵਾਰ ਫਿਰ ਲਾਸਟ ਵਾਰ ਉਹਨਾਂ ਨੂੰ ਅਪੀਲ ਕਰਦਾ ਹਾਂ। ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਪ੍ਰਧਾਨ, ਜਿਨ੍ਹਾਂ ਦਾ ਫੋਨ ਨੰਬਰ 98 766 55005 98 766 55005। ਹਰਪਾਲ ਸਿੰਘ ਕੁੱਸਾ ਜੋ ਕਿ ਮੇਰੇ ਗਵਾਂਢੀ ਹਨ, ਇਹਨਾਂ ਦਾ ਫੋਨ ਨੰਬਰ 98 142 27 523। ਨਹੀਂ, ਇਹਨਾਂ ਦੇ ਫੋਨ ਨੰਬਰ ਦੱਸਣ ਦੇ ਨਾਲ ਕੀ ਹੋਏਗਾ ਹੈਪੀ ਤਾਰਾ ਜੀ? ਮੈਂ ਤੁਹਾਨੂੰ ਫੋਨ ਨੰਬਰ ਇਸ ਲਈ ਮੈਂ ਦੱਸ ਰਿਹਾ, ਜੋ ਇਹ ਇੰਟਰਵਿਊ ਨੂੰ ਸੁਣਨਗੇ ਉਹ ਵੀਰ ਬਣ ਕੇ ਆਹ ਫੋਨਾਂ ਤੇ ਕਾਲ ਕਰਕੇ ਜ਼ਰੂਰ ਉਹਨਾਂ ਤੱਕ ਮੈਸੇਜ ਪਹੁੰਚਦਾ ਕਰ ਦਿਓ। ਹੋ ਸਕਦਾ ਉਹਨਾਂ ਕੋਲ ਮੈਸੇਜ ਨਾ ਪਹੁੰਚੇ, ਤੇ ਜਦੋਂ ਤੁਸੀਂ ਤੁਹਾਡੇ ਫੋਨ ਜਾਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਕਿ ਸਾਨੂੰ ਮੀਡੀਆ ਦੇ ਵਿੱਚ ਜਾਣਾ। ਤੁਹਾਡਾ ਵਿਰੋਧ ਹੈ ਕਿਸ ਦੇ ਨਾਲ? ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਹੈ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸੁਪਰੀਮੋ ਜੀ ਦੇ ਨਾਲ ਹੈ, ਜਾਂ ਫਿਰ ਤੁਹਾਡਾ ਲੱਖਾ ਸਿਧਾਣਾ ਜੀ ਦੇ ਨਾਲ ਹੈ? ਕਿਸ ਦੇ ਨਾਲ ਵਿਰੋਧ ਹੈ ਤੁਹਾਡਾ? ਮੇਰਾ ਵਿਰੋਧ ਹੈ ਅੰਮ੍ਰਿਤਪਾਲ ਮਹਿਰੋਂ ਦੇ ਨਾਲ। ਇਹਨਾਂ ਨੂੰ ਮੈਂ ਨਾਲ ਵਿੱਚ ਕਿਉਂ ਲੈ ਰਿਹਾ? ਕਿਉਂਕਿ ਮਾਨ ਸਾਹਿਬ ਦੀ ਪਾਰਟੀ ਦਾ ਮੈਂ ਮੈਂਬਰ ਹਾਂ, ਤੇ ਜੇ ਮੇਰੇ ਨਾਲ ਪਾਰਟੀ ਨਾ ਖੜੂਗੀ ਤੇ ਕੀ ਵਿਰੋਧੀ ਧਿਰ ਖੜੇਗੀ? ਪਾਰਟੀ ਇਹ ਤਾਂ ਨਹੀਂ ਚਾਹੁੰਦੀ ਕਿ ਕੋਈ ਗਲਤ ਕੰਮ ਕਰਕੇ ਆ ਜਾਓ। ਪਾਰਟੀ ਦਾ ਤਾਂ ਉੱਥੇ ਸਿਰ ਨੀਵਾਂ ਹੋਵੇਗਾ। ਕਿਉਂਕਿ ਉਹੀ ਤਾਂ, ਜੇ ਹੁਣ ਮੇਰੇ 'ਚ ਗਲਤੀ ਹੋਵੇਗੀ ਮੇਰਾ ਸਿਰ ਕਲਮ ਕਰ ਦੇਣ ਜੀ। ਜੇ ਮੇਰੇ 'ਤੇ ਗਲਤੀ ਹੋਵੇਗੀ, ਜੇ ਮੈਂ ਜਿਵੇਂ ਉਹਨੇ ਦੋਸ਼ ਲਾਏ ਆ ਵੀ ਇਹ ਜਿਸਮ ਫਰੋਸ਼ੀ ਦਾ ਧੰਦਾ ਕਰਦਾ, ਕਿਉਂਕਿ ਆ ਜਿਹੜੇ ਮੈਂ ਨਾਮ ਬੋਲ ਰਿਹਾ ਨਾ, ਹਰਪਾਲ ਸਿੰਘ ਕੁੱਸਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇਲਜ਼ਾਮ ਹੈ ਕਿ ਤੁਹਾਡੇ ਉੱਪਰ ਲੱਗ ਰਹੇ ਨੇ ਕਿ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਹੋ। ਹਾਂਜੀ, ਇਹ ਬਹੁਤ ਵੱਡੇ ਇਲਜ਼ਾਮ ਹੈ। ਬਹੁਤ ਵੱਡੇ ਇਲਜ਼ਾਮ ਲੱਗ ਰਹੇ। ਤਾਂ ਫਿਰ ਇਹਨਾਂ ਦਾ ਜਵਾਬ ਦਿਓ ਨਾ ਤੁਸੀਂ। ਇਹਨਾਂ ਦਾ ਮੈਂ ਜਵਾਬ ਕੀ, ਮੈਂ ਵਿਦ ਪ੍ਰੂਫ ਦੇਵਾਂਗਾ ਜੀ। ਮੈਂ ਇਹਨਾਂ ਨੂੰ ਕਿਉਂ ਸੱਦਣਾ ਚਾਹੁੰਦਾ? ਕਿਉਂਕਿ ਮੈਂ ਇਸ ਪਾਰਟੀ ਦਾ ਮੈਂਬਰ ਹਾਂ। ਪਾਰਟੀ ਆਪਣੇ ਮੈਂਬਰ ਦੇ ਨਾਲ ਨਹੀਂ ਖੜ ਸਕਦੀ। ਕੀ ਉਹ ਮੁੱਖ ਮੰਤਰੀ ਬਣ ਕੇ ਲੋਕਾਂ ਦਾ ਕੀ ਭਲਾ ਕਰੇਗੀ? ਜੇ ਅੱਜ ਇੱਕ ਮੈਂਬਰ ਦੇ ਨਾਲ ਨਹੀਂ ਖੜਦੀ ਕਿ ਲੋਕਾਂ ਦਾ ਭਲਾ ਕਿਸ ਤਰ੍ਹਾਂ, ਕਿਉਂ ਲੋਕ ਮਤਲਬ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ? ਕਿਉਂਕਿ ਮੁੱਖ ਮੰਤਰੀ ਬਣਨਗੇ ਤਾਂ ਕੀ ਫਿਰ ਉਹ ਲੋਕਾਂ ਦਾ ਭਲਾ ਕਰਨਗੇ ਜੋ ਇੱਕ ਪਾਰਟੀ ਦੇ ਮੈਂਬਰ ਦੇ ਨਾਲ ਨਹੀਂ ਖੜ ਸਕਦੇ? ਬਾਕੀ ਜੇ ਮੈਂ ਤੁਹਾਨੂੰ ਜਿਨ੍ਹਾਂ ਨੇ ਨਾਂ ਬੋਲ ਰਿਹਾ ਨਾ, ਇਹਨਾਂ ਨੂੰ ਆਪਣਾ
ਅੰਮ੍ਰਿਤਪਾਲ ਮਹਿਰੋ ਨੇ ਕੁਝ ਫੋਟੋ ਸ਼ੇਅਰ ਕੀਤੀਆਂ ਸੀਗੀਆਂ। ਮੇਨ ਗੱਲ ਇਹ ਆ ਜਿਹਦੇ ਵਿੱਚ ਦੱਸਿਆ ਸੀ ਅੰਮ੍ਰਿਤਧਾਰੀ ਕੁੜੀਆਂ ਦੀਆਂ ਫੋਟੋ ਸ਼ੇਅਰ ਕੀਤੀਆਂ ਸੀ। ਆ ਜਿਨ੍ਹਾਂ ਨੇ ਨਾਂ ਬੋਲ ਰਿਹਾ ਇਹਨਾਂ ਨੂੰ ਕੁੜੀਆਂ ਬਾਰੇ ਪਤਾ, ਫੋਟੋ ਇਹਨਾਂ ਨੂੰ ਵੀ ਦਿਖਾਏ ਸੀ ਪਹਿਲਾਂ। ਮੈਂ ਇਹਨਾਂ ਦੇ ਮੂੰਹੋਂ ਖਵਾਉਣਾ ਚਾਹੁੰਦਾ ਵੀ ਉਹ ਫੋਟੋ ਕੁੜੀਆਂ ਦੇ ਕਿਹੜੀਆਂ ਕੁੜੀਆਂ ਦੇ ਜੀ, ਉਹ ਕਿੱਥੇ ਫਸੀਆਂ ਵੀਆਂ ਗਈਆਂ। ਤੁਸੀਂ ਦੱਸ ਸਕਦੇ ਹੋ ਕਿੱਥੇ ਫਸੀਆਂ ਆ? ਮੈਂ ਦੱਸਾਂਗਾ ਬਾਅਦ ਦੇ ਵਿੱਚ ਜੇ ਇਹਨਾਂ ਦੇ ਹੱਥ ਖੜੇ ਹੋ ਗਏ। ਹੈਪੀ ਤਾਰਾ ਜੀ, ਗੱਲ ਤਾਂ ਉਹੀ ਹੈ ਨਾ ਵੀ ਉਹ ਕਹਿੰਦੇ ਹੁੰਦੇ ਆ ਵੀ ਮਤਲਬ ਨਾ ਇਹ ਸਾਰੇ ਸ਼ਖਸੀਅਤਾਂ ਇਕੱਠੀਆਂ ਹੋਣ ਤੇ ਨਾ ਤੁਸੀਂ ਸਬੂਤ ਦੇਵੋ, ਨਹੀਂ, ਨਾ ਦੇਖੋ, ਤੁਸੀਂ ਦੱਸੋ। ਸ਼ਖਸੀਅਤ ਇਕੱਠੀਆਂ ਕਿਉਂ ਨਾ ਹੋਣਗੀਆਂ? ਹਰਪਾਲ ਸਿੰਘ ਇੱਕ ਵੀ ਦੇਖੋ ਇਹਨਾਂ ਦਾ ਇੱਕ ਵੀ ਨੁਮਾਇੰਦਾ ਪਹੁੰਚ ਗਿਆ। ਹਰਪਾਲ ਸਿੰਘ ਕੁੱਸਾ ਮੈਥੋਂ ਕੋਈ ਜ਼ਿਆਦਾ ਦੂਰ ਨਹੀਂ। ਹਰਪਾਲ ਸਿੰਘ ਕੁੱਸਾ ਮੈਥੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆ। ਬਾਪੂ ਅੰਗਰੇਜ਼ ਸਿੰਘ ਮੈਥੋਂ ਸਿਰਫ ਉਹ 8 ਕਿਲੋਮੀਟਰ ਦੀ ਦੂਰੀ ਤੇ ਆ। ਬਲਰਾਜ ਸਿੰਘ ਮੋਗਾ ਮੈਥੋਂ ਸਿਰਫ ਉਹ 35 ਕਿਲੋਮੀਟਰ ਦੀ ਦੂਰੀ ਤੇ ਆ। ਫਿਰ ਇਹਨਾਂ ਨਾਲ ਸੰਪਰਕ ਕੀਤਾ ਤੁਸੀਂ? ਇਹਨਾਂ ਦੇ ਨਾਲ ਵੀ ਮੈਂ ਸੰਪਰਕ ਕੀਤਾ ਸੀਗਾ। ਹਰਪਾਲ ਸਿੰਘ ਕੁੱਸੇ ਨੂੰ ਤਾਂ ਮੈਂ ਕਈ ਵਾਰ ਕਹਿ ਚੁੱਕਾਂਗਾ ਤੇ ਇਹਨਾਂ ਦਾ ਹੱਕ ਬਣਦਾਗਾ ਮੀਡੀਆ ਵਿੱਚ ਆਉਣ ਦਾ। ਇਹਨਾਂ 'ਚ ਇੱਕ ਵੀ ਮੈਂਬਰ ਆ ਜਾਵੇ ਤਾਂ ਮੈਂ ਸਾਰਾ ਕੁਝ। ਕੀ ਕਾਰਨ ਹੈ ਕਿ ਉਹ ਤੁਹਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ? ਤੁਹਾਡੀ ਛਵੀ ਉਹਨਾਂ ਦੀਆਂ ਨਜ਼ਰਾਂ ਵਿੱਚ ਗਲਤ ਬਣ ਗਈ ਹੈ, ਜਾਂ ਤੁਸੀਂ ਝੂਠ ਬੋਲਦੇ ਹੋ, ਜਾਂ ਤੁਹਾਡਾ ਮਤਲਬ ਜਿਹੜਾ ਹੈ ਕੁਝ ਤੁਸੀਂ ਵੀ ਕਿਤੇ ਨਾ ਕਿਤੇ ਗਲਤ ਹੋ? ਕਿਉਂ ਨਹੀਂ ਲੋਕ ਉਹ ਤੁਹਾਡਾ ਸਾਥ ਦੇ ਰਹੇ? ਤੁਸੀਂ ਸਾਥ ਦੇਖੋ ਉਹਨਾਂ ਦਾ ਹੈਲਪ ਮੰਗ ਰਹੇ ਹੋ, ਉਹ ਤੁਹਾਨੂੰ ਹੈਲਪ ਦੇਣ ਲਈ ਤਿਆਰ ਨਹੀਂ ਹੈ। ਕਿਤੇ ਨਾ ਕਿਤੇ ਕੀ ਗਲਤੀ ਹੈ ਤੁਹਾਡੇ ਦੇ ਵਿੱਚ? ਹੋ ਸਕਦਾ ਇਹਨਾਂ ਨੂੰ ਕਿਸੇ ਚੀਜ਼ ਦਾ ਖਤਰਾ ਹੋਵੇ ਵੀ ਕਿਸੇ ਪਾਰਟੀ ਦਾ ਕੋਈ ਹੋਰ ਗੁੱਝਾ ਭੇਦ ਨਾ ਖੁੱਲ੍ਹ ਜਾਵੇ। ਹੋ ਸਕਦਾ ਕੋਈ ਖਤਰਾ ਹੋ ਸਕਦਾ ਕਿਸ ਨੂੰ ਵੀ ਜਿਹੜਾ ਇਹ ਆਉਂਦੇ ਨਹੀਂਗੇ, ਕਿਉਂਕਿ ਸਬੂਤ ਵੀ ਇਹਨਾਂ ਨੂੰ ਮੈਂ ਸਾਰੇ ਦਿਖਾ ਚੁੱਕਾ ਵੀ ਆਹ ਮੇਰੇ ਸਬੂਤ ਦੇਖੋ। ਕਿਉਂਕਿ ਇਹਨਾਂ ਬੰਦਿਆਂ ਨੂੰ ਮੇਰੇ ਕੰਮ ਦਾ ਵੀ ਪਤਾ ਹੈਗਾ, ਕਿਉਂਕਿ ਇਹਨਾਂ ਨਾਲ ਹਰ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦਾ ਰਿਹਾ ਮੈਂ। ਇਹਨਾਂ ਨੂੰ ਕੰਮ ਦਾ ਵੀ ਪਤਾ ਵੀ ਕੰਮ ਕੀ ਕਰ ਰਿਹਾ ਹੈਗਾ। ਇਹ ਤਾਂ ਫਿਰ ਇੱਕ ਸੰਤ ਜਰਨੈਲ ਸਿੰਘ ਨੇ ਇੱਕ ਗੱਲ ਕਹੀ ਸੀ, ਸਰੀਰ ਦਾ ਮਰਨਾ ਮੌਤ ਨਹੀਂ, ਜ਼ਮੀਰ ਦਾ ਮਰਨਾ ਮੌਤ ਆ। ਗੱਲ ਹੁਣ ਜ਼ਮੀਰਾਂ ਦੀ ਆ। ਜੇ ਇਹਨਾਂ ਦੀ ਜ਼ਮੀਰ ਜਿਉਂਦੀ ਹੋਵੇਗੀ, ਆਹ ਲਾਸਟ ਵਾਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ, ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਲਰਾਜ ਸਿੰਘ ਜੀ ਮੋਗਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਪਾਲ ਸਿੰਘ ਜੀ ਕੁੱਸਾ, ਬਾਪੂ ਅੰਗਰੇਜ਼ ਸਿੰਘ ਜੀ ਤਖਤਪੁਰਾ ਅਤੇ ਸਮਾਜ ਸੇਵੀ SHO ਕ੍ਰਿਸ਼ਨ ਲਾਲ, ਸਾਬਕਾ SHO ਕ੍ਰਿਸ਼ਨ ਲਾਲ, ਸਤਿਕਾਰਯੋਗ ਲੱਖਾ ਸਧਾਣਾ ਜੀ, ਸਤਿਕਾਰਯੋਗ ਐਡਵੋਕੇਟ ਸਿਮਰਜੀਤ ਕੌਰ ਗਿੱਲ, ਮੈਂ ਇਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾਗਾ ਵੀ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ। ਜੇ ਤੁਸੀਂ ਸੱਚੇ ਦਿਲੋਂ ਤੁਹਾਡੇ ਵਿੱਚ ਇਨਸਾਨੀਅਤ ਜਿਉਂਦੀ ਆ ਤੇ ਜਸਪਾਲ ਨੂੰ ਤੁਸੀਂ ਇਨਸਾਫ ਦਿਵਾਉਣਾ ਚਾਹੁੰਦੇ, ਮੈਂ ਮੌਕੇ ਦਾ ਗਵਾਹਾਂਗਾ। ਤੁਸੀਂ ਪੁਲਿਸ ਨੂੰ ਦੋਸ਼ੀ ਨਾ ਕਹੋ, ਪੁਲਿਸ ਦੋਸ਼ੀ ਉਹਦੇ ਵਿੱਚ, ਅਸਲੀ ਦੋਸ਼ੀ ਤਾਂ ਅੱਜ ਬਾਹਰ ਫਿਰਦੇ ਆ। ਜੋ ਚਾਹੁੰਦੇ ਹੋ ਤੁਸੀਂ ਉਹ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਜਾਣ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੇ ਤਾਂ ਧਰਮ ਤਬਦੀਲ ਕਰਨ ਵਾਲਿਆਂ ਦੇ ਹੱਕ ਦੇ ਵਿੱਚ ਆ ਤਾਂ ਉਹ ਨਾ ਆਵੇ ਮੀਡੀਆ ਦੇ ਵਿੱਚ, ਮੇਰੇ ਪਿੰਡ ਵਿੱਚ ਨਾ ਪਹੁੰਚੇ। ਜੇ ਉਹ ਧਰਮ ਤਬਦੀਲ ਕਰਨ ਵਾਲਿਆਂ ਦੇ ਖਿਲਾਫ ਆ, ਉਹ ਚਾਹੁੰਦੇ ਆ, ਕਿਉਂਕਿ ਸਾਡੇ ਪੁਰਾਣੇ ਇਤਿਹਾਸ ਵਿੱਚ ਆਉਂਦਾਗਾ ਸਿੱਖਾਂ ਨੇ ਹਿੰਦੁਸਤਾਨ ਦੀਆਂ ਬੇਟੀਆਂ ਛੜਾਈਆਂ ਜੀ ਪਠਾਣਾ ਤੋਂ। ਨਹੀਂ, ਸਵਾਲ ਇਹ ਖੜਾ ਹੋਵੇਗਾ ਅੱਜ ਸਿੱਖਾਂ ਦੀਆਂ ਕੁੜੀਆਂ ਪਠਾਣਾ ਦੇ ਕਬਜ਼ੇ ਦੇ ਵਿੱਚ ਆ, ਸਿੱਖਾਂ ਦਾ ਜ਼ਮੀਰ ਮਰ ਗਿਆ, ਛੜਾਈਆਂ ਨਹੀਂ ਜਾਂਦੀਆਂ। ਤੇ ਮੈਂ ਮਜਬੂਰ ਹੋਵਾਂਗਾ ਹਿੰਦੂ ਸੰਗਠਨ ਤੋਂ ਮਦਦ ਲੈਣ ਲਈ, ਮੈਂ ਮਜਬੂਰ ਹੋਵਾਂਗਾ ਡੇਰਾ ਪ੍ਰੇਮੀ ਸਿਰਸਾ ਤੋਂ ਮਦਦ ਲੈਣ ਲਈ, ਮੈਂ ਮਜਬੂਰ ਹੋਵਾਂਗਾ। ਅੱਜ ਤੱਕ ਮੈਂ ਜ਼ਮੀਰ ਨਹੀਂ ਵੇਚੀ, ਮੈਂ ਆਪਣੀ ਜਿਉਂਦੀ ਤੇ ਜਾਗਦੀ ਜ਼ਮੀਰ ਦੇ ਸਬੂਤ ਵੀ ਤੁਹਾਡੀ ਮੌਜੂਦਗੀ ਦੇ ਵਿੱਚ ਪੇਸ਼ ਕਰਾਂਗਾ। ਮਾਨ ਸਾਹਿਬ, ਇੱਕ ਵਾਰ ਆਪਣੀ ਜਿਉਂਦੀ ਤੇ ਜਾਗਦੀ ਜ਼ਮੀਰ ਦਾ ਸਬੂਤ ਦੇ ਦਿਓ। ਸਿੱਖ ਕੌਮ ਨੇ ਤੁਹਾਨੂੰ ਕਟਹਿਰੇ ਵਿੱਚ ਖੜਾ ਕਰਕੇ ਸਵਾਲ ਪੁੱਛੇਗੀ, ਇੱਕ ਨਹੀਂ ਹਜ਼ਾਰਾਂ ਸਵਾਲ ਪੁੱਛੇਗੀ, ਕਿਉਂਕਿ ਤੁਸੀਂ ਸਿੱਖ ਕੌਮ ਦੇ ਲੀਡਰ ਹੋ। ਤੁਸੀਂ ਗੱਲ ਖਾਲਿਸਤਾਨ ਦੀ ਕਰਦੇ ਹੋ, ਸਾਨੂੰ ਕਿਤੇ ਖਾਲਿਸਤਾਨ ਦੇ ਖਿਲਾਫ ਨਾ ਹੋਣਾ ਪੈ ਜੇ। ਜੇ ਅਸੀਂ ਖਾਲਿਸਤਾਨ ਦੇ ਖਿਲਾਫ ਹੋ ਗਏ ਮਾਨ ਸਾਹਿਬ, ਤੁਹਾਡਾ ਬਹੁਤ ਬੁਰਾ ਅਸਰ ਹੋਵੇਗਾ। ਅਸੀਂ ਤੁਹਾਡੀ ਪਾਰਟੀ ਦੇ ਮੈਂਬਰ ਹਾਂ, ਮੈਂ ਅਫਸੋਸ ਇਸ ਗੱਲ ਦਾ, ਮੈਂ ਬੜੇ ਵੱਡੇ ਲਾਲਚ ਠੁਕਰਾ ਕੇ ਅੱਜ ਖੁਦਕੁਸ਼ੀ ਕਰਨ ਲੱਗਿਆ ਸੀ। ਮੇਰਾ ਦਿਲ ਨਹੀਂ ਸੀ ਕਰਦਾ ਆ ਫਲੈਕਸੀਆਂ ਸਪਾਉਣ ਦਾ, ਆ ਮੈਂ ਖੁਦਕੁਸ਼ੀ ਨਹੀਂ, ਮੈਂ ਖੁਲਾਸੇ ਕਰਨ ਦੇ ਲਈ ਆਪਣਾ ਮਨ ਬਣਾਇਆਗਾ। ਮਾਨ ਸਾਹਿਬ, ਆ ਪੜ੍ਹ ਲਿਓ, ਲੱਖਾ ਸਧਾਣਾ ਵੀਰ ਜੀ, ਤੁਸੀਂ ਸਮਾਜ ਸੇਵੀ ਆ। ਜੇ ਤੁਹਾਡੇ ਵਿੱਚ ਇਨਸਾਨੀਅਤ ਜਿਉਂਦੀ ਆ, ਐਡਵੋਕੇਟ ਸਿਮਰਜੀਤ ਕੌਰ ਗਿੱਲ ਜੀ, ਤੁਹਾਡੇ ਵਿੱਚ ਇਨਸਾਨੀਅਤ ਜਿਉਂਦੀ ਆ। SHO ਸਾਬਕਾ SHO ਕ੍ਰਿਸ਼ਨ ਲਾਲ ਜੀ, ਤੁਸੀਂ ਮੇਰੇ ਪੱਖ ਦੇ ਵਿੱਚ ਖੜੇ ਸੀ। ਕਾਸ਼ ਜੇ ਤੁਸੀਂ ਮੇਰਾ ਸਾਥ ਨਾ ਛੱਡਦੇ ਤਾਂ ਮੈਂ ਜਸਪਾਲ ਸਿੰਘ ਦੀ ਲਾਸ਼ ਵੀ ਕਢਵਾ ਲੈਂਦਾ। ਤੇ ਲੋਕ ਕਹਿੰਦੇ ਆ ਜਸਪਾਲ ਦਾ ਮਾਂ ਪਿਓ ਵਿਕ ਗਿਆ।
ਗੀਤਕਾਰ ਹੈਪੀ ਤਾਰਾ ਤਾਂ ਕਦੇ ਵਿਕਿਆ ਨਹੀਂ ਤੇ ਮੇਰੇ ਕੋਲ ਤਾਂ ਜਿਉਂਦੀ ਜਾਗਦੀ ਜ਼ਮੀਰ ਦੇ ਸਬੂਤ ਵੀ ਪਏ ਆ। ਮੈਨੂੰ ਖਰੀਦਿਆ ਜਾ ਰਿਹਾ ਸੀ, ਮੈਂ ਵਿਕਿਆ ਨਹੀਂ। ਸਬੂਤ ਅਖਬਾਰਾਂ ਦੇ ਵਿੱਚ ਆ, ਉੱਦਾਂ ਨਹੀਂ ਗਏ। ਉਹ ਅਖਬਾਰ ਅਮਰੀਕ ਸਿੰਘ ਅਜਨਾਲਾ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਆਇਆਗਾ। ਉਹ ਅਖਬਾਰ ਬਲਜੀਤ ਸਿੰਘ ਦਾਦੂਵਾਲ ਦੇ ਹੱਥਾਂ ਵਿੱਚ ਦੀ ਹੋ ਕੇ ਆਇਆ। ਉਹ ਅਖਬਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਉੱਘੇ ਆਗੂਆਂ ਦੇ ਹੱਥ ਦੇ ਵਿੱਚ ਦੀ ਹੋ ਕੇ ਆਇਆਗਾ। ਮੇਰੇ ਕੋਲ ਜਿਉਂਦੀ ਜਾਗਦੀ ਜ਼ਮੀਰ ਦਾ ਸਬੂਤ ਉਹ ਵੀ ਹੈ, ਉਹ ਵੀ ਤੁਹਾਡੀ ਮੌਜੂਦਗੀ ਦੇ ਵਿੱਚ ਮੈਂ ਦਿਖਾ ਦਿਆਂਗਾ। ਮੈਨੂੰ ਜਿਸਮ ਫਰੋਸ਼ੀ ਦਾ ਧੰਦਾ ਕਰਨ ਦੀ ਲੋੜ ਨਹੀਂ ਸੀ, ਮੈਨੂੰ ਖਰੀਦਿਆ ਜਾ ਰਿਹਾ ਸੀ। ਮੇਰੀ ਕਲਮ ਨੂੰ ਮੈਨੂੰ ਫਿਲਮਾਂ ਦੇ ਵਿੱਚ ਆਫਰ ਵੀ ਦਿੱਤੇ ਜਾ ਰਹੇ ਸੀ, ਮੈਂ ਉਹ ਵੀ ਠੁਕਰਾ ਕੇ। ਹੈਪੀ ਤਾਰਾ ਜੀ, ਮੇਰੀ ਮੇਨ ਜਿਹੜੀ ਗੱਲ ਹੈ ਉਹ ਇਹ ਸੁਣੋ ਕਿ ਕੀ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਦੀ ਮੌਜੂਦਗੀ 'ਚ ਹੀ ਦੇਵੋਗੇ? ਹਾਂਜੀ। ਕਦੋਂ ਤੱਕ ਇੰਤਜ਼ਾਰ ਕੀਤਾ ਜਾਵੇ? ਇੱਕ ਹਫ਼ਤੇ ਤੱਕ ਇੰਤਜ਼ਾਰ ਮੈਂ ਕਰਾਂਗਾ। ਇਹਨਾਂ ਸੰਪਰਕ ਕਰੋਗੇ ਉਹਨਾਂ? ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਮੈਂ ਕੰਟੈਕਟ ਕਰਾਂਗਾ। ਹਰਪਾਲ ਸਿੰਘ ਕੁੱਸਾ ਜੀ ਉਹਨਾਂ ਦੇ ਨਾਲ ਕੰਟੈਕਟ ਕਰਾਂਗਾ। ਲੱਖਾ ਸੁਧਾਣਾ ਜੀ ਉਹਨਾਂ ਦੇ ਨਾਲ ਕੰਟੈਕਟ ਕਰਾਂਗਾ। ਮੈਂ ਐਡਵੋਕੇਟ ਸਿਮਰਜੀਤ ਕੌਰ ਗਿੱਲ ਉਹਨਾਂ ਦੇ ਨਾਲ ਮੈਂ ਸੰਪਰਕ ਕਰਾਂਗਾ। ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਜਸਪਾਲ ਸਿੰਘ ਦੇ ਇਨਸਾਫ ਦੇ ਲਈ ਸੰਘਰਸ਼ ਲੜਿਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ। ਜਿਹੜੀਆਂ ਮੇਰੇ ਪੱਖ ਦੇ ਵਿੱਚ ਵੀ ਖੜੀਆਂ ਸੀ। ਕੁਝ ਲੋਕਾਂ ਨੇ ਮੈਨੂੰ ਉਸ ਸਮੇਂ ਹਾਈਲਾਈਟ ਹੋਣ ਦੇ ਲਈ ਨਹੀਂ, ਅੱਜ ਤੁਸੀਂ ਇਹ ਮੁੱਦਾ ਚੱਕ ਰਹੇ ਹੋ ਜਿੱਥੇ ਕਿਸਾਨ ਅੱਜ ਪੂਰੀ ਤਰ੍ਹਾਂ ਸੜਕਾਂ ਤੇ ਉਤਰਿਆ ਹੋਇਆ ਹੈ। ਕੇਂਦਰ ਸਰਕਾਰ ਦੇ ਖਿਲਾਫ ਬੋਲਬਾਲਾ ਹੈ, ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ, ਸੜਕਾਂ ਰੋਕੀਆਂ ਜਾ ਰਹੀਆਂ ਨੇ, ਔਰ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਮੁੱਦਾ ਹੈ ਉਸ ਚੀਜ਼ ਨੂੰ ਫੇਲ ਕਰਨ, ਧਿਆਨ ਭਟਕਾਉਣ ਵਾਲਾ ਮੁੱਦਾ ਤਾਂ ਨਹੀਂ ਲੱਗ ਰਿਹਾ ਤੁਹਾਡਾ? ਬਿਲਕੁਲ ਨਹੀਂ, ਕਿਉਂਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ। ਮੈਂ ਕਿਸਾਨਾਂ ਦੇ ਹੱਕ ਵਿੱਚ ਗੀਤ ਵੀ ਲਿਖੇ ਆ ਤੇ ਔਰ ਬੱਚਿਆਂ ਨੇ ਗੀਤ ਗਾਏ ਵੀ ਆ। ਤੇ ਮੈਂ ਵੱਖ-ਵੱਖ ਧਰਨਿਆਂ ਦੇ ਵਿੱਚ, ਮੋਰਚਿਆਂ ਵਿੱਚ ਵੀ ਜਾਣਾ। ਕੱਲ ਵੀ ਮੈਂ ਇੱਕ ਮੋਰਚੇ ਦੇ ਵਿੱਚੋਂ ਹੀ ਆਇਆ, ਜੋ ਕਿ ਪਟਿਆਲੇ ਦੇ ਵਿੱਚ ਇੱਕ ਮੋਰਚਾ ਲਾਇਆ ਗਿਆ ਸੀਗਾ ਜਥੇਬੰਦੀਆਂ ਵੱਲੋਂ। ਤੇ ਮੈਂ ਵੱਖ-ਵੱਖ ਧਰਨਿਆਂ ਵਿੱਚ ਸ਼ਾਮਲ ਹੁੰਦਾਗਾ। ਤੇ ਬੱਬੂ ਮਾਨ ਦਾ ਵੀ ਫੈਨ ਦੱਸਿਆ ਜਾ ਰਿਹਾ ਜਸਪਾਲ ਜੀ ਨੂੰ। ਹਾਂਜੀ ਹਾਂਜੀ, ਜਸਪਾਲ ਸਿੰਘ ਬੱਬੂ ਮਾਨ ਦਾ ਕੱਟੜ ਫੈਨ ਸੀਗਾ। ਮੈਂ ਤੁਹਾਡੇ ਉਹਨੂੰ ਉਸਦਾ ਸਬੂਤ ਵੀ ਦੇ ਸਕਦਾਗਾ। ਬੱਬੂ ਮਾਨ ਦੇ ਪਿੱਛੇ ਖੜੇ ਆ ਕੁਰਸੀ ਦੇ ਤੇ ਉਹਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਨ। ਬੱਬੂ ਮਾਨ ਜੀ, ਤੁਸੀਂ ਇੱਕ ਗੀਤ ਗਾਇਆ ਸੀ ਮੇਰੇ ਵਰਗੇ ਮੇਰੇ ਫੈਨ, ਔਰ ਉਹਦੇ ਵਿੱਚ ਇੱਕ ਗੱਲ ਵੀ ਕਹੀ ਸੀ ਵੀ ਜਿਹੜੇ ਮੇਰੇ ਫੈਨ ਆ ਉਹ ਕਿਸੇ ਮਜ਼ਲੂਮ ਦੇ ਹੱਕ ਦੇ ਵਿੱਚ ਖੜ ਕੇ, ਚੌਂਕ ਵਿੱਚ ਖੜ ਕੇ ਪੰਗਾ ਵੀ ਲੈ ਸਕਦੇ ਹਨ। ਮੈਂ ਬੱਬੂ ਮਾਨ ਨੇ ਫਿਰ ਕੋਈ ਮਦਦ ਕੀਤੀ ਜਸਪਾਲ ਦੀ? ਕਿਉਂਕਿ ਹੋ ਸਕਦਾ ਬੱਬੂ ਮਾਨ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਜਸਪਾਲ ਮੇਰਾ ਕੱਟੜ ਫੈਨ ਆ। ਬੱਬੂ ਮਾਨ ਜੀ, ਜਸਪਾਲ ਸਿੰਘ ਤੁਹਾਡਾ ਕੱਟੜ ਫੈਨ ਆ। ਅੱਜ ਤੁਹਾਨੂੰ ਲੋੜ ਆ ਤੁਹਾਡੀ ਵੀ ਆਪਣੇ ਫੈਨ ਨੂੰ ਇਨਸਾਫ ਦਿਵਾਉਣ ਦੇ ਲਈ। ਤੁਸੀਂ ਵੀ ਅੱਗੇ ਆਓ, ਬਿਲਕੁਲ ਕਿਸੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਲਾਓ। ਬੱਲੀ ਜੋ ਆਪਣੇ ਮੁੱਲਾਪੁਰ ਵਾਲੇ ਤੁਹਾਡੇ ਇੱਕ ਬਹੁਤ ਹੀ ਸਿਰ ਕੱਢ ਫੈਨ ਹਨ, ਬਹੁਤ ਹੀ ਸਮਝਦਾਰ ਹਨ। ਮੈਂ ਚਾਹੁੰਦਾ ਤੁਸੀਂ ਉਹਨਾਂ ਦੀ ਡਿਊਟੀ ਲਾਓ ਤੇ ਮੈਂ ਉਹਨਾਂ ਨੂੰ ਮਿਲਣਾ ਬੜਾ ਆਸਾਨ ਹੈ। ਸੋ ਦੋਸਤੋ, ਇਹ ਤੁਸੀਂ ਹੈਪੀ ਤਾਰਾ ਜੀ ਦੇ ਨਾਲ ਹੋਈ ਗੱਲਬਾਤ ਸੁਣ ਰਹੇ ਸੀ, ਜਿਸ ਦੇ ਉੱਪਰ ਢੇਰ ਸਾਰੇ ਇਲਜ਼ਾਮ ਲੱਗੇ ਨੇ, ਬੜੇ ਪ੍ਰਸ਼ਨ ਪੁੱਛੇ ਨੇ, ਲੇਕਿਨ ਅਫਸੋਸ ਦੀ ਗੱਲ ਹੈ ਕਿ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਣ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਜੀ ਪ੍ਰਸ਼ਨ ਦਾ ਉੱਤਰ ਦੇਵਾਂਗਾ ਕੁਝ ਲੋਕਾਂ ਦੀ ਮੌਜੂਦਗੀ ਦੇ ਵਿੱਚ। ਉਹ ਲੋਕ ਕਦੋਂ ਇਹਨਾਂ ਦੇ ਸੰਪਰਕ ਵਿੱਚ ਆਉਣਗੇ, ਕਦੋਂ ਇਕੱਠੇ ਹੋਣਗੇ, ਕਦੋਂ ਇਹਨਾਂ ਨੂੰ ਭਰੋਸਾ ਦੇਣਗੇ ਕਿ ਅਸੀਂ ਇੰਨੀ ਤਰੀਕ ਨੂੰ ਇਕੱਠੇ ਹੋ ਰਹੇ ਹਾਂ ਔਰ ਤੁਸੀਂ ਉਹਨਾਂ ਸਵਾਲਾਂ ਦੇ ਸਾਨੂੰ ਜਵਾਬ ਦਿਓ। ਔਰ ਖਾਸ ਕਰਕੇ ਜਸਪਾਲ ਸਿੰਘ ਦੀ ਜਿਹੜੀ ਲਾਸ਼ ਹੈ ਉਹ ਅਜੇ ਤੱਕ ਵੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲੀ। ਉਸ ਸਾਰੇ ਬਾਰੇ ਹੈਪੀ ਤਾਰਾ ਜੀ ਕਹਿਣ ਦੇ ਮੁਤਾਬਕ, ਇਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਜਾਣਦਾ, ਲੇਕਿਨ ਦੱਸਾਂਗਾ ਜਦੋਂ ਇਹ ਸਾਰੇ ਇਕੱਠੇ ਹੋਣਗੇ। ਹੁਣ ਪ੍ਰਸ਼ਨ ਇੱਥੇ ਹੈ ਕਿ ਕਦੋਂ ਇਕੱਠੇ ਹੁੰਦੇ ਨੇ ਤੇ ਕਦੋਂ ਇਹ ਸਾਨੂੰ ਦੱਸਣਗੇ। ਤਾਰਾ ਜੀ, ਬਹੁਤ ਚੰਗਾ ਲੱਗਾ ਤੁਸੀਂ ਸੰਪਰਕ ਕੀਤਾ। ਸੋ ਦੋਸਤੋ, ਹੈਪੀ ਤਾਰਾ ਜੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸਨ। ਹੈਪੀ ਤਾਰਾ ਜੀ, ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ? ਮੈਂ ਜਾਂਦੀ ਵਾਰ ਇਹ ਗੱਲ ਕਹਿਣੀ ਚਾਹੁੰਦਾ ਹਾਂ, ਜੇ ਕਿਸੇ ਦੇ ਹੱਕ ਦੇ ਵਿੱਚ ਖੜ ਕੇ ਆਪਾਂ ਆਵਾਜ਼ ਨੂੰ ਬੁਲੰਦ ਕਰੀਏ, ਕਿਸੇ ਦੀ ਇਹ ਮਜ਼ਲੂਮ ਦੀ ਬਾਹ ਫੜੀਏ, ਤਾਂ ਉਸ ਮਜ਼ਲੂਮ ਨੂੰ ਪਾਰ ਉਤਾਰੇ ਲਾਉਣਾ ਚਾਹੀਦਾ ਹੈ ਤੇ ਉਹਦੇ ਹੱਕ ਵਿੱਚ ਖੜੀਏ ਤਾਂ ਉਸ ਨੂੰ ਹੱਕ ਦਿਵਾ ਕੇ ਹੀ ਮੈਦਾਨ ਛੱਡਣਾ ਚਾਹੀਦਾ ਹੈ। ਤੇ ਵੀਰ ਮੇਰਿਓ, ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ, ਸਿਮਰਜੀਤ ਸਿੰਘ ਮਾਨ ਤੱਕ ਪਹੁੰਚਦੀ ਕਰ ਦਿਓ, ਲੱਖਾ ਸੁਧਾਣਾ ਤੱਕ ਪਹੁੰਚਦੀ ਕਰ ਦਿਓ, ਐਡਵੋਕੇਟ ਸਿਮਰਜੀਤ ਕੌਰ ਗਿੱਲ ਜੋ ਚੰਡੀਗੜ੍ਹ ਮੋਹਾਲੀ ਦੇ ਐਡਵੋਕੇਟ ਹਨ ਉਹਨਾਂ ਤੱਕ ਪਹੁੰਚਦੀ ਕਰ ਦਿਓ, ਬੱਬੂ ਮਾਨ ਤੱਕ ਪਹੁੰਚਦੀ ਕਰ ਦਿਓ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ, ਫੀਡਬੈਕ ਜ਼ਰੂਰ ਦੇਣੀ। ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ।
ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇੱਕ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।